ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੇ 11 ਅਧਿਆਏ ਦੇ ਉੱਤੇ ਵਿਚਾਰ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ ਕਿ ਦਾਨੀਏਲ ਜਦ ਇਸ ਗੱਲ ਨੂੰ ਜਾਣ ਲੈਂਦਾ ਹੈ ਕਿ ਉਸ ਦੀ ਸਮਝ ਅਨੁਸਾਰ ਯਹੂਦੀਆਂ ਦੇ ਬਾਬੁਲ ਦੇ ਵਿੱਚ ਗੁਲਾਮੀ ਦੇ ਦਿਨ ਪੂਰੇ ਹੋ ਚੁੱਕੇ ਹਨ, ਤਾਂ ਉਹ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਪਰਮੇਸ਼ਰ ਉਹਨੂੰ ਯਹੂਦੀਆਂ ਦੇ ਬਾਰੇ ਆਪਣੀ ਯੋਜਨਾ ਨੂੰ ਦੱਸੋ। ਉਸ ਨੂੰ ਆਪਣੀ ਪ੍ਰਾਰਥਨਾ ਦਾ ਉੱਤਰ 21 ਦਿਨਾਂ ਬਾਅਦ ਮਿਲਿਆ, ਜਦੋਂ ਸਵਰਗਦੂਤ ਉਹਦੇ ਕੋਲ ਆ ਕੇ ਆਉਣ ਵਾਲੀ ਘਟਨਾ ਦੇ ਬਾਰੇ ਉਸ ਨੂੰ ਦੱਸਦਾ ਹੈ। ਅਸੀਂ ਦਾਨੀਏਲ ਦੀ ਭਵਿੱਖਬਾਣੀ ਦੀ ਗੱਲਾਂ ਨੂੰ ਇਤਿਹਾਸ ਦੀਆਂ ਘਟਨਾਵਾਂ ਦੇ ਨਾਲ ਮਿਲਾ ਕੇ ਵੇਖਿਆ ਅਤੇ ਜਾਣਿਆ ਕਿ ਬਹੁਤ ਸਾਰੀਆਂ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ, ਬਾਕੀ ਦੀ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ। ਆਪਣੇ ਪਿਛਲੇ ਪ੍ਰੋਗਰਾਮ ਤੋਂ ਅੱਗੇ ਵਧਦੇ ਹੋਏ ਅੱਜ ਅਸੀਂ ਬਾਕੀ ਦੀਆਂ ਉਹਨਾਂ ਗੱਲਾਂ ਦੇ ਰਾਹੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਬਾਰੇ ਜਾਣਾਂਗੇ ਜੋ ਕਿ ਇਤਿਹਾਸ ਦੇ ਅਨੁਸਾਰ ਪੂਰੀਆਂ ਹੋ ਚੁੱਕੀਆਂ ਹਨ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ 2 ਸ਼ਕਤੀਸ਼ਾਲੀ ਰਾਜਿਆਂ ਦੇ ਬਾਰੇ ਜਾਣਿਆ। ਅਸੀਂ ਅਹਸ਼ਵੇਰੋਸ਼ ਔਰ ਸਿਕੰਦਰ ਰਾਜੇ ਦੇ ਬਾਰੇ ਗੌਰ ਕੀਤਾ। ਅੱਜ ਅਸੀਂ ਮਹਾਨ ਅਤੀਯੋਗ ਰਾਜੇ ਦੇ ਬਾਰੇ ਜਾਣਾਂਗੇ। ਅਤੀਯੋਗ ਆਪੀਫਰੇਮ ਬਾਰੇ ਵੀ ਗੱਲਬਾਤ ਕਰਾਂਗੇ। ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ। ਮੇਰਾ ਈਮਾਨ ਤੇਰਾ ਈਮਾਨ ਮੇਰਾ ਈਮਾਨ।
ਅਜਮਾਇਸ਼ਾਂ ਦੇ ਪਰਬਤ ਤੇ ਫਿਰ ਅਜਮਾਇਸ਼ਾਂ ਦੇ ਪਰਬਤ ਤੇ ਕੋਈ ਵਿਰਲਾ ਕਦਮ ਟਿਕਾਵੇਗਾ ਜਦ ਆਈਆਂ ਘੜੀਆਂ ਪਰਖਦੀਆਂ ਆਈਆਂ ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ तेरा ईमान ਤੇਰਾ ਈਮਾਨ ਮੇਰਾ ਜ਼ੁਲਮਾਂ ਨਾਲ ਭਰੀ ਕਚਹਿਰੀ ਦੇ ਜ਼ੁਲਮਾਂ ਨਾਲ ਭਰੀ ਕਚਹਿਰੀ ਦੇ ਵਿੱਚ ਨਿਰਦੋਸ਼ਾਂ ਨੂੰ ਜਾਣਾ ਨਫ਼ਰਤ ਦੀ ਅੱਗ ਨੂੰ ਸਹਿਣਾ ਪਊ ਹਰ ਤੀਰ ਗਮਾਂ ਦਾ ਖਾਣਾ ਪਊ ਨਫ਼ਰਤ ਦੀ ਅੱਗ ਨੂੰ ਸਹਿਣਾ ਪਊ ਹਰ ਤੀਰ ਗਮਾਂ ਦਾ ਖਾਣਾ ਪਊ ਫਿਰ ਬਣ ਦਿਲਦਾਰ ਅਜ਼ੀਜ਼ ਮਾਂ ਫਿਰ ਬਣ ਦਿਲਦਾਰ ਅਜ਼ੀਜ਼ ਵਾਂਗ ਕੋਈ ਗੀਤ ਮਸੀਹ ਦੇ ਗਾਵੇਗਾ ਜਦ ਆਈਆਂ ਘੜੀਆਂ ਪਰਖਦੀਆਂ ਆਈਆਂ ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ ਮੇਰਾ ਈਮਾਨ ਤੇਰਾ ਈਮਾਨ ਮੇਰਾ ਜਿਵੇਂ ਸੋਨਾ ਅੱਗ ਵਿੱਚ ਪਰਖੀ ਦੇ ਸੋਨਾ ਅੱਗ ਵਿੱਚ ਪਰਖੀ ਦੇ ਇਨਸਾਨ ਪਰਖਿਆ ਜਾਵੇਗਾ ਜਦ ਆਈਆਂ ਘੜੀਆਂ ਪਰਖਦੀਆਂ ਆਈਆਂ ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ ਤੇਰਾ ਈਮਾਨ ਜਿਸ ਤਰ੍ਹਾਂ ਸ਼ਾਸਤਰ ਦੱਸਦਾ ਹੈ ਉਸ ਤਰ੍ਹਾਂ ਹੀ ਹੋਇਆ। ਉਸ ਦੀ ਜਗ੍ਹਾ ਦੂਜਾ ਰਾਜਾ ਆਇਆ। ਨੰਬਰ 3 ਮਹਾਨ ਅਤੀਯੋਗ। ਹੁਣ ਅਸੀਂ ਤੀਸਰੇ ਰਾਜੇ ਵੱਲ ਆਉਂਦੇ ਹਾਂ। ਅਸੀਂ ਅਹਸ਼ਵੇਰੋਸ਼ ਅਤੇ ਸਿਕੰਦਰ ਰਾਜੇ ਨੂੰ ਵੇਖਿਆ ਅਤੇ ਹੁਣ ਐਤ 10 ਵਿੱਚ ਇੱਕ ਹੋਰ ਰਾਜੇ ਨੂੰ ਵੇਖਦੇ ਹਾਂ। ਇਹ ਰਾਜਾ ਮਹਾਨ ਅਤੀਯੋਗ ਹੈ। ਧਿਆਨ ਕਰੋ ਐਤ 10 ਕੀ ਆਖਦੀ ਹੈ। ਅਤੇ ਉਹਦੇ ਪੁੱਤਰ ਯੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫੌਜ ਇਕੱਠੀ ਕਰਨਗੇ ਜਿਹੜੀ ਬੱਗੀ ਆਵੇਗੀ ਤੇ ਫੈਲੇਗੀ ਅਤੇ ਲੰਘੇਗੀ ਅਤੇ ਉਹ ਮੁੰਡਗੇ ਤਾਂ ਇਹਦੇ ਕੋਟ ਤੋੜੀ ਉਤਰਨਗੇ ਅਤੇ ਦੱਖਣ ਦੇ ਰਾਜਾ ਦਾ ਕ੍ਰੋਧ ਜਾਗੇਗਾ ਅਤੇ ਉਹ ਨਿਕਲ ਕੇ ਉਸ ਦੇ ਨਾਲ ਉੱਤਰ ਦੇ ਰਾਜੇ ਨਾਲ ਲੜਾਈ ਕਰੇਗਾ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਭੀੜ ਚੁੱਕੀ ਜਾਏਗੀ ਅਤੇ ਉਹਦੇ ਦਿਲ ਵਿੱਚ ਹੰਕਾਰ ਹੋਏਗਾ ਅਤੇ ਉਹ 10,000 ਨੂੰ ਡੇਗੇਗਾ ਪਰ ਉਹ ਜਿੱਤੇਗਾ ਨਾ। ਕਲੀਨੇਸਕ ਦਾ ਇੱਕ ਪੁੱਤਰ ਮਰ ਗਿਆ ਅਤੇ ਦੂਜਾ ਪੁੱਤਰ ਮਹਾਨ ਅਤੀਯੋਗ ਦਾ ਰਾਜ ਆਇਆ। ਇਤਿਹਾਸ ਦੱਸਦਾ ਹੈ ਮਹਾਨ ਅਤੀਯੋਗ ਕੋਲ 75,000 ਸੈਨਿਕ ਸਨ ਅਤੇ ਉਸ ਨੇ ਮਿਸਰ ਉੱਤੇ ਹਮਲਾ ਕੀਤਾ। ਇਹ ਸੈਨਿਕ ਇਜ਼ਰਾਈਲ ਦੇ ਚਾਰੇ ਪਾਸੇ ਸਨ। ਇਜ਼ਰਾਈਲ ਉਹਨਾਂ ਦੇ ਵਿੱਚ ਸੀ। ਯਹੂਦੀ ਨਹੀਂ ਜਾਣਦੇ ਸੀ ਕਿ ਕੀ ਹੋ ਰਿਹਾ ਹੈ। ਆਓ ਵੇਖੀਏ ਐਤ 15 ਕੀ ਦੱਸਦੀ ਹੈ। ਕਿਉਂ ਜੋ ਉੱਤਰ ਦਾ ਰਾਜਾ ਆਵੇਗਾ, ਦਮਦਮਾ ਬਣਾਏਗਾ ਅਤੇ ਪੱਕੇ ਪੱਕੇ ਸ਼ਹਿਰ ਨੂੰ ਲੈ ਲਵੇਗਾ ਅਤੇ ਦੱਖਣ ਦੀਆਂ ਬਾਹਾਂ ਨਾ ਅੰਡਗੀਆਂ ਅਤੇ ਨਾ ਹੀ ਉਹਦੇ ਚੁਣੇ ਹੋਏ ਲੋਕਾਂ ਵਿੱਚ ਅੰਨ ਦਾ ਜ਼ੋਰ ਹੋਵੇਗਾ। ਇਹ ਐਤ ਦੱਸਦੀ ਹੈ ਕਿ ਅਤੀਯੋਗ ਸਾਹਮਣੇ ਖਲੋਣ ਦਾ ਜ਼ੋਰ ਕਿਸੇ ਵਿੱਚ ਨਹੀਂ ਹੋਵੇਗਾ। ਜਦ ਉਹ ਖਲੋ ਜਾਏਗਾ ਕਿੱਥੇ? ਮਹਿਮਾ ਭਰੀ ਧਰਤੀ ਉੱਤੇ। ਉਹ ਕਿੱਥੇ ਹੈ? ਉਹ ਫਿਲਿਸਤੀਨ ਹੈ।
ਉਹ ਇਜ਼ਰਾਈਲ ਹੈ। ਉਹ ਕਿੱਥੇ ਹਨ? ਉਹ ਆਪਣੀ ਧਰਤੀ ਤੇ ਵਾਪਸ ਆ ਗਏ ਹਨ। ਵਿਚਾਰੇ ਯਹੂਦੀ ਮਿਸਰੀਆਂ ਅਤੇ ਸੀਰੀਅਨ ਨੂੰ ਆਪਣੀ ਧਰਤੀ ਉੱਤੇ ਯੁੱਧ ਕਰਦੇ ਹੋਏ ਵੇਖ ਰਹੇ ਹਨ, ਜਦ ਕਿ ਉਹ ਯੁੱਧ ਵਿੱਚ ਨਹੀਂ ਹਨ। ਉਹਨਾਂ ਦਾ ਲੜਾਈ ਨਾਲ ਕੁਝ ਲੈਣਾ ਦੇਣਾ ਨਹੀਂ ਹੈ। 17ਵੀਂ ਆਇਤ ਵਿੱਚ ਅਸੀਂ ਵੇਖਦੇ ਹਾਂ ਕਿ ਅਤੀਯੋਗ ਅਜੇ ਵੀ ਖੁਸ਼ ਨਹੀਂ ਹੈ। ਉਹ ਮਿਸਰ ਅਤੇ ਸੀਰੀਆ ਨੂੰ ਜੋੜ ਨਹੀਂ ਸਕਿਆ ਅਤੇ ਸ਼ਾਸਤਰ ਦੱਸਦਾ ਹੈ ਉਹ ਦੋਹਾਂ ਰਾਜਿਆਂ ਨੂੰ ਜੋੜਨ ਦਾ ਫੈਸਲਾ ਕਰ ਚੁੱਕਾ ਹੈ। ਇਸ ਲਈ ਉਸ ਨੇ ਆਪਣੀ ਧੀ ਮਿਸਰ ਦੇ ਰਾਜੇ ਨੂੰ ਦੇਣ ਦਾ ਫੈਸਲਾ ਕੀਤਾ। ਐਤ 17 ਅਤੇ ਉਹ ਉਸ ਨੂੰ ਤੀਮੀਆਂ ਦੀ ਧੀ ਦੇਵੇਗਾ, ਭਾਈ ਉਹ ਉਸ ਨੂੰ ਵਿਗਾੜੇ, ਪਰ ਉਹ ਨਾ ਤਾਂ ਖਲੋਵੇਗੀ ਨਾ ਉਸ ਦੇ ਲਈ ਹੋਵੇਗੀ। ਜਾਣਦੇ ਹੋ ਉਹ ਕੌਣ ਹੈ? ਕਲੀਓਪੈਟਰਾ ਸੀ। ਉਸ ਨੇ ਆਪਣੇ ਵਿਰੋਧੀ ਰਾਜੇ ਨੂੰ ਕਲੀਓਪੈਟਰਾ ਦੇ ਕੇ ਆਪਣੀ ਇੱਛਾ ਪੂਰੀ ਕਰਨੀ ਚਾਹੀ, ਪਰ ਕਲੀਓਪੈਟਰਾ ਆਪਣੇ ਪਤੀ ਨੂੰ ਪਿਆਰ ਕਰਨ ਲੱਗ ਪਈ ਅਤੇ ਆਪਣੇ ਡੈਡੀ ਦੀਆਂ ਗੱਲਾਂ ਨੂੰ ਭੁੱਲ ਗਈ। ਐਤ 18 ਦੱਸਦੀ ਹੈ ਉਹਦੇ ਪਿੱਛੋਂ ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਪ੍ਰਧਾਨ ਉਸ ਉਲਾਂਭੇ ਨੂੰ ਜੋ ਉਸਨੇ ਉਹਦੀ ਵੱਲੋਂ ਲਿਆ ਸੀ ਹਟਾ ਦੇਵੇਗਾ, ਸਗੋਂ ਉਸ ਉਲਾਂਭੇ ਨੂੰ ਉਸ ਉੱਤੇ ਫੇਰ ਦੇਵੇਗਾ। ਤਦੋਂ ਆਪਣੇ ਦੇਸ਼ ਦੇ ਕੋਟਾਂ ਵੱਲ ਮੂੰਹ ਕਰੇਗਾ, ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਵੇਗਾ, ਫਿਰ ਉਹ ਲੱਭਿਆ ਨਾ ਜਾਵੇਗਾ। ਜਦ ਅਤੀਯੋਗ ਦੀ ਯੋਜਨਾ ਕਲੀਓਪੈਟਰਾ ਨੇ ਪੂਰੀ ਕੀਤੀ, ਉਹ ਉਸ ਦੇ ਪ੍ਰਤੀ ਵਫਾਦਾਰ ਨਾ ਨਿਕਲੀ। ਐਤ 18 ਦੱਸਦੀ ਹੈ ਕਿ ਉਸ ਨੇ ਆਪਣਾ ਮੂੰਹ ਟਾਪੂਆਂ ਵੱਲ ਅਤੇ ਯੂਨਾਨ ਵੱਲ ਕੀਤਾ, ਪਰ ਇੱਕ ਪ੍ਰਧਾਨ ਉਹਦੇ ਰਾਹ ਵਿੱਚ ਆਇਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਪ੍ਰਧਾਨ ਰੋਮ ਦੇ ਸੈਨਿਕ ਸਨ। ਐਤ 19 ਦੱਸਦੀ ਹੈ ਉਸ ਨੇ ਆਪਣਾ ਮੂੰਹ ਆਪਣੇ ਦੇਸ਼ ਕੋਟਾਂ ਵੱਲ ਕੀਤਾ, ਟੱਕਰ ਖਾ ਕੇ ਡਿੱਗ ਪਿਆ ਅਤੇ ਫਿਰ ਉਹ ਨਾ ਲੱਭਿਆ। ਇਤਿਹਾਸ ਵਿੱਚ ਇਸ ਤਰ੍ਹਾਂ ਹੀ ਹੋਇਆ। ਐਤ 20 ਵੱਲ ਧਿਆਨ ਕਰੋ। ਉਹਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ, ਪਰ ਉਹ ਥੋੜ੍ਹਿਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਏਗਾ। ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ। ਇਸ ਤਰ੍ਹਾਂ ਹੀ ਹੋਇਆ। ਰੋਮ ਨੇ ਸੀਰੀਆ ਉੱਤੇ ਆਪਣਾ ਰਾਜ ਕਰ ਲਿਆ ਅਤੇ ਉਹਨਾਂ ਕੋਲੋਂ ਟੈਕਸ ਲੈਣਾ ਸ਼ੁਰੂ ਕਰ ਦਿੱਤਾ। ਨੰਬਰ 4, ਅਤੀਯੋਗ ਐਪੀਫੈਨ। ਐਤ 20 ਦੱਸਦੀ ਹੈ ਕਿ ਅਤੀਯੋਗ ਦੀ ਜਗ੍ਹਾ ਦੂਜਾ ਰਾਜਾ ਆਇਆ। ਉਹਦੇ ਥਾਂ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ, ਪਰ ਉਹ ਥੋੜ੍ਹੇ ਦਿਨਾਂ ਵਿੱਚ ਹੀ ਨਸ਼ਟ ਹੋ ਜਾਵੇਗਾ। ਨਾ ਕ੍ਰੋਧ ਨਾਲ, ਨਾ ਲੜਾਈ ਨਾਲ। ਹੁਣ ਅਸੀਂ ਐਤ 21 ਵਿੱਚ ਚੌਥੇ ਰਾਜੇ ਨੂੰ ਮਿਲਦੇ ਹਾਂ, ਜਿਸ ਦਾ ਨਾਮ ਅਤੀਯੋਗ ਐਪੀਵਨ ਹੈ। ਫਿਰ ਉਹਦੇ ਥਾਂ ਇੱਕ ਪਖੰਡੀ ਉੱਠੇਗਾ ਜਿਸ ਨੂੰ ਉਹ ਪਾਤਸ਼ਾਹ ਦੀ ਪੱਤ ਨਾ ਦੇਣਗੇ, ਪਰ ਉਹ ਬਚਾਓ ਦੇ ਵੇਲੇ ਆਵੇਗਾ ਅਤੇ ਲੱਲੋ ਪੱਤੋ ਕਰਕੇ ਰਾਜ ਲੈ ਲਵੇਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਜਾਓ ਕਿ ਜਦ ਸ਼ਾਸਤਰ ਅਤੀਯੋਗ ਐਪੀਫੈਨ ਦੇ ਬਾਰੇ ਦੱਸਦਾ ਹੈ ਕਿ ਉਹ ਇੱਕ ਪਖੰਡੀ ਵਿਅਕਤੀ ਸੀ, ਉਹ ਇੱਕ ਬਹੁਤ ਹੀ ਬੁਰਾ ਵਿਅਕਤੀ ਸੀ ਜੋ ਕਦੇ ਪਹਿਲਾਂ ਆਇਆ ਹੋਵੇ। ਰਾਜਗੱਦੀ ਦਾ ਉਹ ਹੱਕਦਾਰ ਨਹੀਂ ਸੀ ਅਤੇ ਨਾ ਹੀ ਉਸ ਦੇ ਵੰਸ਼ ਵਿੱਚ ਕੋਈ ਰਾਜਾ ਸੀ ਔਰ ਨਾ ਹੀ ਉਹ ਅਗਵਾਈ ਦੇ ਯੋਗ ਸੀ। ਉਸਨੇ ਹਰੇਕ ਨੂੰ ਧੋਖਾ ਦਿੰਦੇ ਹੋਏ ਲੱਲੋ ਪੱਤੋ ਨਾਲ ਰਾਜ ਬਣਾ ਬੈਠਾ। ਉਸਨੇ ਮਿਸਰ ਨੂੰ ਤਬਾਹ ਕਰਨਾ ਸ਼ੁਰੂ ਕੀਤਾ। ਵੇਖੋ ਐਤ 22 ਕੀ ਦੱਸਦੀ ਹੈ। ਅਤੇ ਦਬਾਉਣ ਵਾਲੀ ਫੌਜ ਉਸ ਦੇ ਅੱਗਿਓਂ ਦਬਾਈ ਜਾਵੇਗੀ ਅਤੇ ਤੋੜੀ ਜਾਏਗੀ। ਹਾਂ, ਨੇਮ ਦਾ ਸ਼ਹਿਜ਼ਾਦਾ ਵੀ ਨਾਲੇ ਹੀ, ਅਤੇ ਜਦੋਂ ਉਸ ਦੇ ਨਾਲ ਤਕਰਾਰ ਕੀਤਾ ਜਾਵੇਗਾ ਤਾਂ ਉਹ ਅੱਗਿਓਂ ਟੁੱਚਰ ਹੋਵੇਗਾ, ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜ੍ਹੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਵੱਡਾ ਬਣੇਗਾ ਅਤੇ ਉਹ ਬਚਾਓ ਦੇ ਵੇਲੇ ਜ਼ਿਲ੍ਹੇ ਦੀਆਂ ਚੁੰਗੀਆਂ ਉਜਲੀਆਂ ਥਾਵਾਂ ਵਿੱਚ ਵੜੇਗਾ ਅਤੇ ਅਜਿਹਾ ਕੁਝ ਕਰੇਗਾ ਜੋ ਉਸ ਦੇ ਪਿਓ ਦਾਦਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਆਓ ਵੇਖੀਏ ਉਹ ਕੀ ਕਰਦਾ ਹੈ। ਉਹ ਲੁੱਟ-ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਅਤੇ ਕੁਝ ਤਿੱਕਰ ਪੱਕੀਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵੰਡੇਗਾ। ਉਹ ਸਿਰਫ ਇਹ ਕੁਝ ਹੀ ਨਹੀਂ ਕਰੇਗਾ। ਐਤ 3 ਅੱਗੇ ਦੱਸਦੀ ਹੈ, ਅਤੇ ਉਹ ਆਪਣੇ ਜ਼ੋਰ ਨੂੰ ਅਤੇ ਆਪਣੇ ਹੌਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫੌਜ ਲੈ ਕੇ ਦੱਖਣ ਦੇ ਰਾਜਾ ਉੱਤੇ ਚੜੇ, ਔਰ ਦੱਖਣ ਦਾ ਰਾਜਾ ਵੀ
ਅਤ ਵੱਡੀ ਅਤੇ ਜ਼ੋਰਾਵਰ ਫੌਜ ਨਾਲ ਯੁੱਧ ਵਿੱਚ ਲੜੇਗਾ, ਪਰ ਉਹ ਨਾ ਠਹਿਰੇਗਾ, ਕਿਉਂ ਜੋ ਉਸ ਦੇ ਵਿਰੁੱਧ ਉਪਾਅ ਕਰਨਗੇ, ਹਾਂ, ਉਹੀ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਰਸਤਾ ਖਾਂਦੇ ਹਨ, ਉਹ ਉਸ ਨੂੰ ਨਾਸ ਕਰ ਸੁੱਟਣਗੇ। ਆਓ ਵੇਖੀਏ ਹੁਣ ਐਤ 27 ਕੀ ਦੱਸਦੀ ਹੈ। ਅਤੇ ਉਹਨਾਂ ਦੋਹਾਂ ਰਾਜਿਆਂ ਦੇ ਦਿਲ ਖੋਟਿਆਂ ਕੰਮਾਂ ਵੱਲ ਹੋਣਗੇ ਅਤੇ ਉਹ ਇੱਕ ਪ੍ਰਾਂਤ ਵਿੱਚ ਬੈਠ ਕੇ ਝੂਠ ਬੋਲਣਗੇ ਕਿ ਅੱਜ ਦੇ ਸ਼ਾਸਕ ਇਸ ਤਰ੍ਹਾਂ ਨਹੀਂ ਕਰਦੇ, ਇਸ ਲਈ ਤਾਂ ਆਪਸੀ ਸ਼ਾਂਤੀ ਨਹੀਂ ਹੋ ਪਾਉਂਦੀ। ਦੋਨੇ ਰਾਜਿਆਂ ਦੇ ਮਨ ਵਿੱਚ ਖੋਟ ਸੀ, ਇਸ ਲਈ ਉਹ ਕੀ ਕਰਦੇ ਹਨ, ਅੰਤ ਵਿੱਚ ਆਪਸੀ ਸ਼ਾਂਤੀ ਲਈ ਉਹਨਾਂ ਦੀ ਆਸ਼ਾ ਖਤਮ ਹੋ ਜਾਂਦੀ ਹੈ ਅਤੇ ਉਹ ਇੱਕ ਟੇਬਲ ਤੇ ਬੈਠ ਕੇ ਝੂਠ ਬੋਲਦੇ ਹਨ। ਉਹ ਫੈਸਲਾ ਕਰਦੇ ਹਨ ਕਿ ਇੱਕ ਟੇਬਲ ਤੇ ਬੈਠ ਕੇ ਮਸਲਾ ਸੁਲਝਾਈਏ, ਜਿਸ ਤਰ੍ਹਾਂ ਅੱਜ ਅਸੀਂ ਕਰਦੇ ਹਾਂ। ਤੁਸੀਂ ਜਾਣਦੇ ਹੋ ਸ਼ਾਂਤੀ ਸਮਝੌਤਾ। ਤੁਸੀਂ ਜਾਣਦੇ ਹੋ ਜਗਤ ਦੀ ਸ਼ੁਰੂਆਤ ਤੋਂ ਸ਼ਾਂਤੀ ਲਈ ਕਿੰਨੇ ਹੀ ਸਮਝੌਤੇ ਹੋ ਚੁੱਕੇ ਹਨ, ਪਰ ਸਭ ਟੁੱਟ ਜਾਂਦੇ ਹਨ। ਸਾਰੇ ਦੇ ਸਾਰੇ 100% ਇਹ ਸਮਝੌਤਾ ਵੀ ਉਸੇ ਤਰ੍ਹਾਂ ਦਾ ਹੀ ਸੀ। ਐਤ 28 ਸਾਨੂੰ ਦੱਸਦੀ ਹੈ, ਤਦ ਉਹ ਵੱਡੇ ਧਨ ਨਾਲ ਆਪਣੇ ਦੇਸ਼ ਵਿੱਚ ਮੁੜ ਜਾਏਗਾ ਅਤੇ ਉਸ ਦਾ ਮਨ ਸਾਹਮਣਾ ਕਰਨ ਵੱਲ ਹੋਵੇਗਾ। ਕਿਸ ਦਾ? ਪਵਿੱਤਰ ਨੇਮ ਦਾ। ਉਸ ਦਾ ਮਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰਕੇ ਆਪਣੇ ਦੇਸ਼ ਵਿੱਚ ਮੁੜੇਗਾ ਅਤੇ ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ, ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ। ਹੁਣ ਫਿਰ ਅਸੀਂ ਰੋਮ ਨੂੰ ਵੇਖਦੇ ਹਾਂ, ਕਿਉਂ ਜੋ ਕਿੱਤਿਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ, ਸੋ ਉਹ ਉਦਾਸ ਹੋਵੇਗਾ। ਕੁਝ ਲੋਕ ਸੋਚਦੇ ਹਨ ਕਿ ਇਹ ਰੋਮ ਦੀ ਨੇਵੀ ਫੌਜ ਹੈ। ਉਹ ਆਏ ਅਤੇ ਉਸ ਦੇ ਰਾਸਤੇ ਵਿੱਚ ਖਲੋ ਗਏ ਅਤੇ ਉਹ ਨਾ ਕਰ ਸਕਿਆ ਜੋ ਕਰਨਾ ਚਾਹੁੰਦਾ ਸੀ, ਇਸ ਲਈ ਉਹ ਉਦਾਸ ਹੈ। ਇਸ ਦਾ ਅਰਥ ਹੈ ਉਹ ਪਾਗਲ ਹੋ ਉੱਠਿਆ ਅਤੇ ਮੁੜੇਗਾ ਔਰ ਪਵਿੱਤਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ। ਜੋ ਉਹ ਕਰਨਾ ਚਾਹੁੰਦਾ ਸੀ ਉਹ ਨਾ ਕਰ ਸਕਿਆ। ਰੋਮ ਉਸ ਦੇ ਰਾਹ ਵਿੱਚ ਆ ਗਿਆ, ਇਸ ਲਈ ਉਹ ਵਾਪਸ ਇਸਰਾਇਲ ਦੇਸ਼ ਦੀ ਧਰਤੀ ਤੇ ਆਉਂਦਾ ਹੈ ਅਤੇ ਆਪਣਾ ਕ੍ਰੋਧ ਯਹੂਦੀਆਂ ਤੇ ਕੱਢਦਾ ਹੈ। ਉੱਥੇ ਆ ਕੇ ਉਹ ਉਹਨਾਂ ਲੋਕਾਂ ਨਾਲ ਮੇਲ ਕਰਦਾ ਹੈ ਜਿਨ੍ਹਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਅਤੇ ਜਿੱਥੇ ਉਸ ਦੀ ਵੱਲੋਂ ਉੱਠਣਗੇ ਅਤੇ ਉਹ ਪਵਿੱਤਰ ਥਾਂ ਅਰਥਾਤ ਕੋਟ ਨੂੰ ਭ੍ਰਸ਼ਟ ਕਰਨਗੇ ਅਤੇ ਉਹ ਸਦਾ ਦੀ ਹੋਮ ਬਲੀ ਨੂੰ ਹਟਾਉਣਗੇ ਅਤੇ ਵਿਗਾਉਣ ਵਾਲੀ ਘਿਨਾਉਣੀ ਵਸਤ ਨੂੰ ਉਸ ਵਿੱਚ ਰੱਖ ਦੇਣਗੇ। ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਹੋਇਆ। ਉਹ ਸ਼ਹਿਰ ਵਿੱਚ ਵਾਪਸ ਆਇਆ। ਉਹ ਇੱਕ ਵੱਡੇ ਕ੍ਰੋਧ ਵਿੱਚ ਸੀ, ਕਿਉਂ ਜੋ ਰੋਮ ਨੇ ਉਹਨੂੰ ਅੱਗਿਓਂ ਨਾ ਜਾਣ ਦਿੱਤਾ। ਉਹ ਯਰੂਸ਼ਲਮ ਵਿੱਚ ਵਾਪਸ ਆਇਆ ਅਤੇ ਹਰੇਕ ਬੱਚੇ ਨੂੰ ਕਤਲ ਕਰ ਦਿੱਤਾ। ਗਲੀਆਂ ਵਿੱਚ ਉਹਨਾਂ ਦੀਆਂ ਲਾਸ਼ਾਂ ਸਨ। ਜਿਹੜੀ ਵੀ ਔਰਤ ਉਹਦੇ ਤੇ ਹੱਥ ਰੱਖਦੀ ਸੀ, ਉਹਨਾਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਉਸਨੇ ਜੀਅਸ ਦਿਓਤੇ ਦੀ ਮੂਰਤ ਨੂੰ ਯਹੂਦੀਆਂ ਦੇ ਮੰਦਰ ਵਿੱਚ ਰੱਖ ਦਿੱਤਾ ਅਤੇ ਉਸ ਦੀ ਆਰਾਧਨਾ ਸ਼ੁਰੂ ਕੀਤੀ। ਯਹੂਦੀਆਂ ਦੀ ਹੋਮ ਦੀ ਬਲੀ ਨੂੰ ਹਟਾ ਦਿੱਤਾ ਗਿਆ ਅਤੇ ਉਸ ਨੇ ਯਤਨ ਕੀਤਾ ਕਿ ਯਹੂਦੀ ਉਸ ਦੇ ਦਿਓਤੇ ਅੱਗੇ ਝੁਕਣ। ਜਦ ਅਸੀਂ ਪਿਛਲੀ ਵਾਰ ਅਤਿਯੋਗ ਪਾਗਲ ਦੇ ਬਾਰੇ ਪੜ੍ਹਿਆ ਸੀ, ਉਸ ਨੇ ਇੱਕ ਸੂਰ ਲਿਆ ਅਤੇ ਉਸ ਨੂੰ ਵੱਢਿਆ ਅਤੇ ਇੱਕ ਕਟੋਰਾ ਲੈ ਕੇ ਉਸ ਵਿੱਚ ਉਸ ਦਾ ਖੂਨ ਭਰਿਆ। ਉਹ ਅਤੇ ਉਸ ਦੇ ਆਦਮੀ ਉਸ ਖੂਨ ਦੇ ਕਟੋਰੇ ਨੂੰ ਲੈ ਕੇ ਯਹੂਦੀਆਂ ਦੇ ਮੰਦਰ ਵਿੱਚ ਗਏ ਅਤੇ ਖੂਨ ਨੂੰ ਹਰ ਥਾਂ ਤੇ ਛਿੜਕਿਆ। ਸਾਰੀਆਂ ਦੀਵਾਰਾਂ ਅਤੇ ਪਵਿੱਤਰ ਭਾਂਡਿਆਂ ਉੱਤੇ ਖੂਨ ਸੀ। ਸੂਰ ਦਾ ਮਾਸ ਲੈ ਕੇ ਜਾਜਕਾਂ ਨੂੰ ਖਵਾਉਣ ਦਾ ਯਤਨ ਕੀਤਾ ਗਿਆ। ਜਦ ਉਹ ਖਾਣ ਨੂੰ ਮਨਾ ਕਰਦੇ ਸੀ ਤਾਂ ਜ਼ਬਰਦਸਤੀ ਉਹਨਾਂ ਨੂੰ ਖਾਣ ਲਈ ਮਜਬੂਰ ਕੀਤਾ ਗਿਆ। ਤਦ ਉਹਨਾਂ ਨੇ ਯਹੂਦੀਆਂ ਦੇ ਧਰਮ ਸਥਾਨ ਉੱਤੇ ਸੂਰ ਦੀ ਬਲੀ ਚੜ੍ਹਾਈ। ਮੰਦਰ ਨੂੰ ਅਪਵਿੱਤਰ ਕੀਤਾ ਗਿਆ। ਕੋਈ ਉੱਥੇ ਨਹੀਂ ਜਾਂਦਾ ਸੀ ਅਤੇ ਉਹ ਖਾਲੀ ਸੀ। ਬਾਈਬਲ ਦੱਸਦੀ ਹੈ, ਬਹੁਤ ਥੋੜੇ ਯਹੂਦੀ ਜੋ ਆਪਣੇ ਧਰਮ ਦੇ ਪੱਕੇ ਸਨ ਉਹਨਾਂ ਨਾਲ ਲੜੇ ਅਤੇ 32 ਐ ਦੱਸਦੀ ਹੈ, ਪਰ ਜਿਹੜੇ ਲੋਕ ਆਪਣੇ ਪਰਮੇਸ਼ਰ ਨੂੰ ਸਿਆਣਦੇ ਹਨ ਉਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਜੇ ਤੁਸੀਂ ਕੁਝ ਪੜ੍ਹਨਾ ਚਾਹੁੰਦੇ ਹੋ ਜੋ ਤੁਹਾਡੀ ਆਤਮਾ ਨੂੰ ਭਰ ਦੇਵੇ ਤਾਂ ਤੁਸੀਂ ਐਪੋਕ੍ਰਿਫਾ ਦੀ ਮੁਕਾਬਿਆਂ ਦੀ ਕਿਤਾਬ ਨੂੰ ਪੜ੍ਹੋ। ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਬਲਵਾਨ ਸਨ ਉਹ ਅਤਿਯੋਗ ਐਪੀਫੈਨ ਦੇ ਵਿਰੋਧ ਵਿੱਚ ਲੜੇ। ਇੱਕ ਦੇ ਬਾਅਦ ਇੱਕ ਮੁਕਾਬੀ ਪਰਿਵਾਰ ਨੂੰ ਮਾਰ ਸਿੱਟਿਆ ਜਾਂਦਾ ਸੀ। ਅੰਤ ਵਿੱਚ ਯਹੂਦਾ
ਮੁਕਾਬੀਆਂ ਨੇ ਅਤਿਯੋਗ ਐਪੀਫੈਨ ਦਾ ਮੁਕਾਬਲਾ ਕੀਤਾ ਅਤੇ ਉਸ ਦਾ ਰਾਜ ਦਾ ਅੰਤ ਕੀਤਾ। ਉਹ ਹਾਰ ਗਿਆ ਅਤੇ ਮੰਦਰ ਨੂੰ ਸਵਾਰਨ ਦੀ ਸ਼ੁਰੂਆਤ ਹੋਈ। ਅਸੀਂ ਬਾਈਬਲ ਨੂੰ ਪੜ੍ਹਦੇ ਹੋਏ ਪੂਰੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਵੇਖਿਆ ਹੈ ਕਿ ਦਾਨੀਏਲ ਦੀ ਭਵਿੱਖਬਾਣੀ ਕਿੰਨੀ ਠੀਕ ਹੈ। ਇਹ ਇੱਕ ਅਦਭੁਤ ਕਿਤਾਬ ਹੈ। ਭੈਣੋ ਅਤੇ ਭਰਾਵੋ, ਜੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਜਗਤ ਦੀ ਉਤਪਤੀ ਕਰਨ ਦੇ ਯੋਗ ਹੈ, ਜਿਸ ਤਰ੍ਹਾਂ ਆਖਦੇ ਹਾਂ ਕਿ ਅਸੀਂ ਇਹ ਵਿਸ਼ਵਾਸ ਕਰਦੇ ਹਾਂ, ਤਾਂ ਇਹ ਵਿਸ਼ਵਾਸ ਕਰਦੇ ਹਾਂ ਕਿ ਜਦ ਪਰਮੇਸ਼ਰ ਨਬੀ ਨੂੰ ਭਵਿੱਖਬਾਣੀ ਦਿੰਦਾ ਹੈ ਤਾਂ ਉਹ ਪੂਰੀ ਹੋ ਕੇ ਹੀ ਰਹਿੰਦੀ ਹੈ। ਤੁਸੀਂ ਆਖ ਸਕਦੇ ਹੋ, ਪਰ ਪਾਸਟਰ ਇਹ ਬਹੁਤ ਵੱਡੀ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਪਰਮੇਸ਼ਰ ਬਹੁਤ ਵੱਡਾ ਹੈ ਅਤੇ ਵੱਡੀਆਂ ਗੱਲਾਂ ਹੀ ਕਰਦਾ ਹੈ। ਤੁਸੀਂ ਜਾਣਦੇ ਹੋ ਮੈਨੂੰ ਕਿਹੜੀ ਚੀਜ਼ ਡਰਾਉਂਦੀ ਹੈ? ਜਦ ਮੈਂ ਲੋਕਾਂ ਨਾਲ ਵਚਨ ਦੇ ਬਾਰੇ ਗੱਲਬਾਤ ਕਰਦਾ ਹਾਂ ਅਤੇ ਉਹਨਾਂ ਨੂੰ ਆਤਮਿਕ ਸੱਚਾਈ ਦੱਸਣ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਉਹਨਾਂ ਕੋਲੋਂ ਇਸ ਤਰ੍ਹਾਂ ਸੁਣਦਾ ਹਾਂ, ਠੀਕ ਹੈ, ਪਰ ਮੈਂ ਇਸ ਉੱਪਰ ਵਿਸ਼ਵਾਸ ਨਹੀਂ ਕਰਦਾ। ਮਤਲਬ ਸਾਫ਼ ਹੈ, ਕਿਉਂ ਜੋ ਉਹਨਾਂ ਨੇ ਵੀ ਵਿਸ਼ਵਾਸ ਕਰਨ ਦਾ ਫੈਸਲਾ ਕਰ ਲਿਆ ਹੈ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਤੁਸੀਂ ਨਾ ਵਿਸ਼ਵਾਸ ਕਰਨ ਦੀ ਚੋਣ ਕਰ ਸਕਦੇ ਹੋ। ਜੇ ਤੁਸੀਂ ਇਸ ਦਾ ਫੈਸਲਾ ਕਰ ਲਵੋ, ਇੱਕ ਚੀਜ਼ ਤੁਸੀਂ ਨਹੀਂ ਕਰ ਸਕਦੇ, ਉਹ ਇਹ ਹੈ ਕਿ ਤੁਸੀਂ ਇਸ ਨੂੰ ਝੂਠ ਸਾਬਤ ਨਹੀਂ ਕਰ ਸਕਦੇ। ਇਹ ਸੱਚ ਹੈ, ਭਾਵੇਂ ਤੁਸੀਂ ਵਿਸ਼ਵਾਸ ਕਰੋ ਜਾਂ ਨਾ ਕਰੋ। ਪਰਮੇਸ਼ਰ ਨੇ ਸਾਨੂੰ ਦਾਨੀਏਲ ਦੀ ਕਿਤਾਬ ਵਿੱਚ 11ਵੇਂ ਅਧਿਆਏ ਇਸ ਲਈ ਦਿੱਤਾ ਕਿ ਅਸੀਂ ਜਾਣ ਸਕੀਏ, ਜਦ ਪਰਮੇਸ਼ਰ ਆਪਣੇ ਇੱਕ ਨਬੀ ਨੂੰ ਦੱਸਦਾ ਹੈ ਕਿ ਭਵਿੱਖ ਵਿੱਚ ਕੀ ਹੋਣ ਜਾ ਰਿਹਾ ਹੈ, ਤਾਂ ਉਸ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਹੋਣ ਲਈ ਦੱਸਿਆ ਸੀ। ਅਸੀਂ ਦਾਨੀਏਲ ਨਬੀ ਦੇ ਰਾਹੀਂ ਜਿਸ ਵੱਡੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਉਹ ਇਹ ਹੈ, ਪੁਰਾਣੇ ਨੇਮ ਦੀ ਭਵਿੱਖਬਾਣੀ ਹੈ, ਜਿਸ ਨੂੰ ਅਸੀਂ ਇਤਿਹਾਸ ਵਿੱਚ ਪੂਰੀ ਹੁੰਦਿਆਂ ਵੇਖਦੇ ਹਾਂ। ਹੋਰ ਵੀ ਕੁਝ ਭਵਿੱਖਬਾਣੀ 12ਵੇਂ ਅਧਿਆਏ ਵਿੱਚ ਹਨ। 11ਵੇਂ ਅਧਿਆਏ ਦੇ ਅੰਤ ਦੇ ਬਾਅਦ ਉਸ ਸਮੇਂ ਦਾ ਬਿਆਨ ਹੈ ਜੋ ਭਵਿੱਖਬਾਣੀ ਵਿੱਚ ਆਉਣ ਵਾਲਾ ਹੈ, ਅਤੇ ਇਹ ਭਵਿੱਖਬਾਣੀ ਜੋ ਪੂਰੀ ਹੋਈ ਜਿਸ ਤਰ੍ਹਾਂ ਪਰਮੇਸ਼ਰ ਨੇ ਆਖਿਆ ਸੀ, ਤਾਂ ਉਹ ਭਵਿੱਖਬਾਣੀ ਜੋ ਆਉਣ ਵਾਲੇ ਸਮੇਂ ਦੀ ਹੈ, ਪੂਰੀ ਹੋ ਕੇ ਹੀ ਰਹੇਗੀ। ਅਸੀਂ ਵਿਸ਼ਵਾਸ ਕਰੀਏ ਭਾਵੇਂ ਨਾ ਕਰੀਏ, ਪਰਮੇਸ਼ਰ ਨੇ ਜੋ ਆਖਿਆ ਹੈ ਉਹ ਪੂਰਾ ਹੋ ਕੇ ਹੀ ਰਹੇਗਾ। ਅਤੇ ਮੈਂ ਯਕੀਨ ਕਰਦਾ ਹਾਂ ਕਿ ਤੁਸੀਂ ਉਸ ਇੱਕ ਚੀਜ਼ ਨੂੰ ਜਾਣਦੇ ਹੋ ਜੋ ਉਸ ਨੇ ਕਿਹਾ ਹੈ, ਉਹ ਆਪਣੀ ਕਲੀਸਿਆ ਲਈ ਆ ਰਿਹਾ ਹੈ, ਤਾਂ ਉਹ ਕਿਸੇ ਵੀ ਘੜੀ ਆ ਸਕਦਾ ਹੈ। ਅਸੀਂ ਇਸ ਨੂੰ ਰੈਪਚਰ ਆਖਦੇ ਹਾਂ। ਉਹ ਜਲਦੀ ਆ ਰਿਹਾ ਹੈ ਤਾਂ ਕਿ ਸਾਨੂੰ ਆਪਣੇ ਘਰ ਵਿੱਚ ਲੈ ਜਾਵੇ, ਤਾਂ ਕਿ ਅਸੀਂ ਉਸ ਦੇ ਨਾਲ ਰਹੀਏ। ਤੁਸੀਂ ਆਖ ਸਕਦੇ ਹੋ, ਮੈਂ ਇਹ ਵਿਸ਼ਵਾਸ ਨਹੀਂ ਕਰਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਹਰ ਹਾਲ ਵਿੱਚ ਹੋਣ ਜਾ ਰਿਹਾ ਹੈ ਅਤੇ ਇਹ ਅੱਜ ਦੀ ਰਾਤ ਵੀ ਹੋ ਸਕਦਾ ਹੈ। ਅਸਲ ਚੀਜ਼ ਤਾਂ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਖੋ ਕਿ ਤੁਸੀਂ ਤਿਆਰ ਹੋ ਜਾਂ ਨਹੀਂ। ਕੀ ਤੁਸੀਂ ਤਿਆਰ ਹੋ? ਤਿਆਰ ਹੋਣਾ ਹੀ ਤੁਹਾਡੇ ਲਈ ਅੱਛਾ ਹੈ। ਇਹ ਹੋਣ ਜਾ ਰਿਹਾ ਹੈ ਕਿਉਂ ਜੋ ਪਰਮੇਸ਼ਰ ਨੇ ਵਾਅਦਾ ਕੀਤਾ ਹੈ। ਆਮੀਨ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਹਿੱਸੇ ਦੇ ਉੱਤੇ ਗੌਰ ਕਰਦੇ ਹੋਏ ਦਾਨੀਏਲ ਨਬੀ ਦੇ 11ਵੇਂ ਅਧਿਆਏ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਜਾਣ ਰਹੇ ਸੀ ਕਿ ਦਾਨੀਏਲ ਨਬੀ ਦੀ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ ਅਤੇ ਇਤਿਹਾਸ ਦੀ ਘਟਨਾਵਾਂ ਨਾਲ ਇਹ ਕਿਵੇਂ ਮੇਲ ਖਾਂਦੀਆਂ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਤਿਯੋਗ ਦੇ ਬਾਰੇ ਗੱਲਬਾਤ ਕੀਤੀ। ਅਸੀਂ ਇਸ ਦੇ ਜ਼ਿਕਰ ਨੂੰ ਆਇਤ 10 ਤੋਂ 19 ਦੇ ਵਿੱਚ ਵੇਖਿਆ। ਇਸ ਤੋਂ ਬਾਅਦ ਅਸੀਂ ਅਤਿਯੋਗ ਐਪੀਫੈਨ ਬਾਰੇ ਜਾਣਿਆ। ਇਸ ਦਾ ਜ਼ਿਕਰ ਆਇਤ 20 ਤੋਂ ਅੱਗੇ ਮਿਲਦਾ ਹੈ। ਇਸ ਰਾਜੇ ਨੇ ਆਪਣੇ ਰਾਜ ਨੂੰ ਵਧਾਉਣ ਦੇ ਯਤਨ ਕੀਤੇ, ਪਰ ਰੋਮ ਇਸ ਦੇ ਰਾਹ ਦੇ ਵਿੱਚ ਆ ਗਿਆ। ਅਸੀਂ ਜਾਣਿਆ ਕਿ ਇਸ ਗੱਲ ਤੋਂ ਕ੍ਰੋਧਿਤ ਹੋ ਕੇ ਉਹ ਇਜ਼ਰਾਈਲ ਦੇਸ਼ ਦੇ ਵੱਲ ਮੁੜਿਆ ਅਤੇ ਯਹੂਦੀਆਂ ਦੇ ਉੱਤੇ ਅਤਿਆਚਾਰ ਕੀਤਾ। ਉਹਨੇ ਪਰਮੇਸ਼ਰ ਦੇ ਭਵਨ ਨੂੰ ਅਪਵਿੱਤਰ ਕੀਤਾ। ਉਹਨੇ ਯਤਨ ਕੀਤਾ ਕਿ ਯਹੂਦੀ ਉਸ ਦੇ ਦੇਵਤੇ ਦੀ ਪੂਜਾ ਕਰਨ। ਆਇਤ 32 ਤੋਂ ਅਸੀਂ ਜਾਣਿਆ ਕਿ ਜਿਹੜੇ ਲੋਕ ਆਪਣੇ ਪਰਮੇਸ਼ਰ ਨੂੰ ਸਿਆਣਦੇ ਸਨ ਉਹ ਬਲਵਾਨ ਹੋਣਗੇ। ਅਸੀਂ ਜਾਣਿਆ ਕਿ ਜਦ ਪਰਮੇਸ਼ਰ ਕਿਸੇ ਨਬੀ ਨੂੰ ਕੋਈ ਭਵਿੱਖਬਾਣੀ ਦਿੰਦਾ ਤਾਂ ਉਹ ਪੂਰੀ ਹੋ ਕੇ ਹੀ ਰਹਿੰਦੀ ਹੈ। ਦੋਸਤੋ, ਜਾਣ ਲਓ ਕਿ ਸਾਡਾ ਪਰਮੇਸ਼ਰ ਬਹੁਤ ਵੱਡਾ ਹੈ ਅਤੇ ਵੱਡੀਆਂ ਗੱਲਾਂ ਕਰਦਾ ਹੈ। ਪਰਮੇਸ਼ਰ ਨੇ ਸਾਨੂੰ ਦਾਨੀਏਲ ਨਬੀ ਦੀ ਪੁਸਤਕ ਵਿੱਚ 11ਵਾਂ ਅਧਿਆਏ ਇਸ ਲਈ ਦਿੱਤਾ ਤਾਂ ਜੋ ਅਸੀਂ ਇਹ ਜਾਣ ਸਕੀਏ
ਕਿ ਜਦ ਪਰਮੇਸ਼ਰ ਆਪਣੇ ਇੱਕ ਨਬੀ ਨੂੰ ਦੱਸਦਾ ਹੈ ਵੀ ਭਵਿੱਖਬਾਣੀ ਵਿੱਚ ਕੀ ਹੋਣ ਜਾ ਰਿਹਾ ਹੈ, ਤਾਂ ਉਸ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਹੋਣ ਲਈ ਦੱਸਿਆ ਸੀ। ਅਸੀਂ ਦਾਨੀਏਲ ਨਬੀ ਦੇ ਰਾਹੀਂ ਜਿਸ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਉਹ ਇਹ ਹੈ ਕਿ ਪੁਰਾਣੇ ਨੇਮ ਦੀ ਭਵਿੱਖਬਾਣੀ ਨੂੰ ਅਸੀਂ ਇਤਿਹਾਸ ਦੇ ਵਿੱਚ ਪੂਰੀ ਹੁੰਦਿਆਂ ਹੋਏ ਵੇਖਦੇ ਹਾਂ। ਦੋਸਤੋ, ਦਾਨੀਏਲ ਦੀ ਪੁਸਤਕ ਦੇ ਵਿੱਚ ਉਸ ਦੇ ਦੁਆਰਾ ਕੀਤੀਆਂ ਗਈਆਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਨਹੀਂ ਹੋਈਆਂ। ਉਸ ਦੀ ਭਵਿੱਖਬਾਣੀਆਂ ਦੀ ਕੁਝ ਗੱਲਾਂ ਦਾ ਪੂਰਾ ਹੋਣਾ ਬਾਕੀ ਹੈ। ਉਹਨਾਂ ਗੱਲਾਂ ਦੇ ਬਾਰੇ 12ਵੇਂ ਅਧਿਆਏ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। 12ਵਾਂ ਅਧਿਆਏ ਆਉਣ ਵਾਲੇ ਸਮੇਂ ਦੇ ਬਾਰੇ ਦੱਸਦਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਦੀਆਂ ਭਵਿੱਖਬਾਣੀਆਂ ਹੁਣੇ ਤੱਕ ਪੂਰੀਆਂ ਹੋਈਆਂ ਹਨ, ਬਾਕੀ ਦੀ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰਭੂ ਤੁਹਾਨੂੰ ਸਭਨਾਂ ਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਕਿ ਤੁਸੀਂ ਸਾਡੇ ਦਿਲਾਂ ਨੂੰ ਖੋਲ੍ਹਿਆ, ਸਾਡੇ ਦਿਮਾਗਾਂ ਨੂੰ ਖੋਲ੍ਹਿਆ ਪ੍ਰਭੂ ਜੀ, ਸਾਨੂੰ ਪ੍ਰਕਾਸ਼ਨ ਦਿੱਤਾ ਕਿ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀਆਂ ਨੂੰ ਸਮਝ ਸਕੇ। ਪ੍ਰਭੂ ਜੀ, ਅੱਜ ਦੇ ਵਚਨ ਦੇ ਅਨੁਸਾਰ ਤੁਸੀਂ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਉਹਨਾਂ ਦਿਨਾਂ ਵਿੱਚ ਯਹੂਦੀਆਂ ਦੇ ਉੱਤੇ ਅਤਿਆਚਾਰ ਹੋਏਗਾ। ਖੁਦਾਵੰ, ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ, ਤੁਸੀਂ ਸਾਡੇ 'ਤੇ ਰਹਿਮ ਕਰੋ, ਤਾਂ ਕਿ ਪਿਤਾ ਪਰਮੇਸ਼ਰ ਇਹ ਵਚਨ ਜਿਹੜਾ ਅਸੀਂ ਸੁਣ ਰਹੇ ਹਾਂ, ਜਿਹੜਾ ਅਸੀਂ ਸਿੱਖ ਰਹੇ ਹਾਂ, ਪ੍ਰਭੂ ਜੀ ਸਾਡੇ ਦਿਲਾਂ ਵਿੱਚ ਕੰਮ ਕਰੇ ਅਤੇ ਅਸੀਂ ਆਪਣੇ ਜੀਵਨਾਂ ਨੂੰ ਯਿਸੂ ਮਸੀਹ ਨੂੰ ਦੇ ਦਈਏ, ਤਾਂ ਕਿ ਪ੍ਰਭੂ ਜੀ ਉਹਨਾਂ ਆਉਣ ਵਾਲੀਆਂ ਭਵਿੱਖਬਾਣੀਆਂ ਦੀ ਗੱਲਾਂ ਤੋਂ ਜੋ ਪੂਰੀਆਂ ਹੋਣੀ ਬਾਕੀ ਹੈ ਬਚ ਸਕੀਏ। ਧੰਨਵਾਦ ਦਿੰਦੇ ਆ ਕਿ ਤੁਸੀਂ ਉਹਨਾਂ ਗੱਲਾਂ ਤੋਂ ਸਾਨੂੰ ਪਹਿਲਾਂ ਹੀ ਬਚਾ ਲਿਆ। ਸਾਰੀ ਇੱਜ਼ਤ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹੋਏ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਮੰਗ ਲੈਂਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।